अपनी प्रीवियस क्लास ਦੇ ਵਿੱਚ ਆਪਾਂ क्यू वैल्यू ऑफ न्यूक्लियर रिएक्शंस ਦਾ ਟੌਪਿਕ ਸੀ ਜੋ ਕੰਪਲੀਟ ਕੀਤਾ ਸੀ। ਅੱਜ ਆਪਾਂ ਉਸ ਤੋਂ ਨੈਕਸਟ ਟੌਪਿਕ ਜੋ ਹੈ ਨਿਊਕਲੀਅਰ ਫਿਜ਼ਨ ਐਂਡ ਫਿਊਜ਼ਨ ਕਰਾਂਗੇ ਤੇ ਨਾਲ ਹੀ ਆਪਾਂ ਨਿਊਕਲੀਅਰ ਰਿਐਕਟਰ ਵੀ ਕੰਪਲੀਟ ਕਰਾਂਗੇ ਅੱਜ ਦੀ ਕਲਾਸ ਦੇ ਵਿੱਚ। ਸੋ ਸਭ ਤੋਂ ਪਹਿਲਾਂ ਨਿਊਕਲੀਅਰ ਫਿਜ਼ਨ ਤੇ ਫਿਊਜ਼ਨ ਦੋਨੋਂ ਰਿਐਕਸ਼ਨਸ ਜਿਹੜੀਆਂ ਨੇ ਇਹ ਨਿਊਕਲੀਅਰ ਰਿਐਕਸ਼ਨਸ ਨੇ, ਮਤਲਬ ਕਿਉਂਕਿ ਇਹਦੇ ਵਿੱਚ ਨਿਊਕਲੀਅਸ ਇਨਵੋਲਵ ਹੁੰਦੇ ਨੇ, ਜਾਂ ਨਿਊਕਲੀਅਸ ਬ੍ਰੇਕ ਹੁੰਦੇ ਨੇ ਜਾਂ ਫਿਰ ਨਿਊਕਲੀਅਸ ਕੰਬਾਈਨ ਹੁੰਦੇ ਨੇ। ਮਤਲਬ ਜਾਂ ਫਿਰ ਕੋਈ ਇੱਕ ਨਿਊਕਲੀਅਸ ਟੁੱਟ ਕੇ ਇੱਕ ਤੋਂ ਜ਼ਿਆਦਾ ਨਿਊਕਲੀਅਸ ਪ੍ਰੋਡਿਊਸ ਕਰ ਦਿੰਦਾ ਸਮੋਲਰ ਨਿਊਕਲੀਅਸ, ਜਾਂ ਫਿਰ ਆਪਣੇ ਕੋਲ ਦੋ ਜਾਂ ਦੋ ਤੋਂ ਜ਼ਿਆਦਾ ਨਿਊਕਲੀਅਸ ਮਿਲ ਕੇ ਇੱਕ ਸਿੰਗਲ ਨਿਊਕਲੀਅਸ ਪ੍ਰੋਡਿਊਸ ਕਰ ਦਿੰਦੇ ਆ। ਤਾਂ ਫਿਜ਼ਨ ਮਤਲਬ ਟੁੱਟਣਾ, ਫਿਊਜ਼ਨ ਮਤਲਬ ਜੁੜਨਾ। ਨਿਊਕਲੀਅਰ ਫਿਜ਼ਨ ਮਤਲਬ ਜਿਹਦੇ ਵਿੱਚ ਨਿਊਕਲੀਅਸ ਹੈ ਜਿਹੜਾ ਉਹ ਬ੍ਰੇਕ ਹੁੰਦਾ, ਇੱਕ ਨਿਊਕਲੀਅਸ ਅਨਸਟੇਬਲ ਨਿਊਕਲੀਅਸ, ਮਤਲਬ ਉਹਦੀ ਸਟੇਬਿਲਿਟੀ ਨਹੀਂ ਹੁੰਦੀ ਹੈਗੀ, ਤਾਂ ਹੀ ਉਹ ਬ੍ਰੇਕ ਹੋਊਗਾ ਨਾ ਜਦੋਂ ਉਹ ਅਨਸਟੇਬਲ ਹੋਊਗਾ। ਤਾਂ ਅਨਸਟੇਬਲ ਨਿਊਕਲੀਅਸ ਬ੍ਰੇਕ ਹੋ ਕੇ ਦੋ ਲਾਈਟਰ ਨਿਊਕਲੀਆਈ ਜਾਂ ਉਸ ਤੋਂ ਜ਼ਿਆਦਾ ਲਾਈਟਰ ਨਿਊਕਲੀਆਈਸ ਕੀ ਹੁੰਦਾ ਪ੍ਰੋਡਿਊਸ ਕਰਦੇ। ਨਿਊਕਲੀਅਰ ਫਿਊਜ਼ਨ ਦੇ ਵਿੱਚ ਕੀ ਹੁੰਦਾ, ਦੋ ਜਾਂ ਦੋ ਤੋਂ ਜ਼ਿਆਦਾ ਲਾਈਟਰ ਨਿਊਕਲੀਆਈ ਕੰਬਾਈਨ ਹੋ ਕੇ ਇੱਕ ਹੈਵੀ ਨਿਊਕਲੀਅਸ ਬਣਾਉਂਦੇ ਨੇ। ਤਾਂ ਸਭ ਤੋਂ ਪਹਿਲਾਂ ਆਪਾਂ ਨਿਊਕਲੀਅਰ ਫਿਜ਼ਨ ਡਿਸਕਸ ਕਰਦੇ ਹਾਂ। ਤਾਂ ਨਿਊਕਲੀਅਰ ਫਿਜ਼ਨ ਦੇ ਵਿੱਚ ਕੀ ਹੁੰਦਾ, ਅਨਸਟੇਬਲ ਨਿਊਕਲੀਆਈ ਬ੍ਰੇਕ ਹੁੰਦਾ ਹੈਗਾ, ਬਟ ਉਹਨੂੰ ਅਨਸਟੇਬਲ ਨਿਊਕਲੀਅਸ ਨੂੰ ਬ੍ਰੇਕ ਹੋਣ ਦੇ ਲਈ ਇਨੀਸ਼ੀਏਟ ਕਰਨ ਦੇ ਲਈ ਆਪਾਂ ਨੂੰ ਇਸ ਰਿਐਕਸ਼ਨ ਨੂੰ ਇਨੀਸ਼ੀਏਟ ਕਰਨ ਦੇ ਲਈ ਕੁਛ ਤਾਂ ਕਰਨਾ ਪਊਗਾ। ਤਾਂ ਆਪਾਂ ਕੀ ਕਰਦੇ ਹਾਂ, ਉਸ ਨਿਊਕਲੀਅਸ ਨੂੰ ਬੰਬਾਰਡ ਕਰਵਾਉਂਦੇ ਹਾਂ, ਮਤਲਬ ਉਸ ਨਿਊਕਲੀਅਸ 'ਤੇ ਇੱਕ ਨਿਊਟਰੋਨ ਨੂੰ ਫਾਲ ਕਰਵਾਉਂਦੇ ਹਾਂ। ਇਸ ਤਰੀਕੇ ਨਾਲ ਆਪਣੇ ਕੋਲ ਕੋਈ ਨਿਊਕਲੀਅਸ ਹੈ ਉਹ 'ਤੇ ਆਪਾਂ ਨਿਊਟਰੋਨ ਫਾਲ ਕਰਵਾਉਂਦੇ ਹਾਂ। ਜਦੋਂ ਨਿਊਟਰੋਨ ਨੇ ਬੰਬਾਰਡ ਕੀਤਾ ਨਿਊਕਲੀਅਸ ਨੂੰ, ਫਿਰ ਨਿਊਕਲੀਅਸ ਕੀ ਹੈ ਬ੍ਰੇਕਡਾਊਨ ਹੁੰਦੇ ਆ। ਤਾਂ ਆਪਣੇ ਕੋਲ ਯੂਰੇਨੀਅਮ ਜਿਹੜਾ ਅਨਸਟੇਬਲ ਨਿਊਕਲੀਅਸ ਹੈ, ਇਹਦੇ ਉੱਪਰ ਆਪਾਂ ਜਦੋਂ ਨਿਊਟਰੋਨ ਫਾਲ ਕਰਵਾਇਆ ਤਾਂ ਉਹ ਨਿਊਟਰੋਨ ਫਾਲ ਕਰਵਾ ਕੇ ਇਹ ਨਿਊਕਲੀਅਸ ਕੀ ਹੋ ਗਿਆ, ਦੋ ਲਾਈਟਰ ਨਿਊਕਲੀਅਸ ਦੇ ਵਿੱਚ ਬ੍ਰੇਕ ਹੋ ਗਿਆ। ਕਿਹੜਾ ਸੀ, ਯੂਰੇਨੀਅਮ। ਦੋ ਲਾਈਟਰ ਨਿਊਕਲੀਆਈ ਮਤਲਬ ਬੇਰੀਅਮ ਤੇ ਕ੍ਰਿਪਟਨ ਕੀ ਨੇ ਪ੍ਰੋਡਿਊਸ ਹੋ ਗਏ। ਦੇਖੋ ਯੂਰੇਨੀਅਮ ਦਾ ਐਟੋਮਿਕ ਨੰਬਰ 92 ਸੀ ਤੇ ਮਾਸ ਨੰਬਰ 236 ਸੀ। ਬੇਰੀਅਮ ਪ੍ਰੋਡਿਊਸ ਹੋਇਆ, ਕ੍ਰਿਪਟਨ ਪ੍ਰੋਡਿਊਸ ਹੋਇਆ। ਬੇਰੀਅਮ ਦਾ ਐਟੋਮਿਕ ਨੰਬਰ 56 ਹੈ ਤੇ ਮਾਸ ਨੰਬਰ 141 ਹੈ, ਤੇ ਕ੍ਰਿਪਟਨ ਦਾ ਐਟੋਮਿਕ ਨੰਬਰ 36 ਹੈ ਤੇ ਮਾਸ ਨੰਬਰ 92 ਹੈ। ਤਾਂ ਆਪਣੇ ਕੋਲ ਇਹ ਨਿਊਟਰੋਨ ਆਪਾਂ ਨੇ ਜਿਹੜਾ ਬੰਬਾਰਡ ਕਰਵਾਇਆ ਸੀ, ਇੱਕ ਨਿਊਟਰੋਨ ਆਪਾਂ ਨੇ ਦਿੱਤਾ, ਤਾਂ ਇਸ ਰਿਐਕਸ਼ਨ ਦੇ ਵਿੱਚ ਜਿਹੜੇ ਪ੍ਰੋਡਿਊਸ ਹੁੰਦੇ ਨੇ ਤਿੰਨ ਨਿਊਟਰੋਨਸ ਪ੍ਰੋਡਿਊਸ ਹੋ ਗਏ। ਇੱਕ ਨਿਊਟਰੋਨ ਤਾਂ ਆਪਾਂ ਨੂੰ ਰਿਐਕਸ਼ਨ ਇਨੀਸ਼ੀਏਟ ਕਰਨ ਲਈ ਚਾਹੀਦਾ, ਬਟ ਰਿਐਕਸ਼ਨ ਪ੍ਰੋਸੀਡ ਹੋਣ ਤੋਂ ਬਾਅਦ ਤਿੰਨ ਨਿਊਟਰੋਨਸ ਕੀ ਹੁੰਦੇ ਨੇ ਇਹਦੇ ਵਿੱਚ ਪ੍ਰੋਡਿਊਸ ਹੁੰਦੇ ਨੇ, ਤੇ ਨਾਲ ਹੀ ਆਪਣੇ ਕੋਲ ਲਾਰਜ ਐਨਰਜੀ ਵੀ ਪ੍ਰੋਡਿਊਸ ਹੁੰਦੀ ਹੈ 200 ਮੈਗਾ ਇਲੈਕਟ੍ਰੋਨ ਵੋਲਟ, ਮਤਲਬ ਮਾਸ ਹੈ ਜੋ ਉਹ ਐਨਰਜੀ ਦੇ ਵਿੱਚ ਕਨਵਰਟ ਹੋ ਰਿਹਾ ਹੈ। ਤਾਂ ਇਹ ਹੈ ਜੀ ਆਪਣੇ ਕੋਲ ਨਿਊਕਲੀਅਰ ਫਿਜ਼ਨ, ਜਿਹਦੇ ਵਿੱਚ ਇੱਕ ਅਨਸਟੇਬਲ ਨਿਊਕਲੀਅਸ ਲਾਈਟਰ ਨਿਊਕਲੀਆਈਸ ਦੇ ਵਿੱਚ ਬ੍ਰੇਕ ਹੁੰਦਾ, ਇੱਕ ਨਿਊਟਰੋਨ ਆਪਾਂ ਨੂੰ ਪ੍ਰੋਵਾਈਡ ਕਰਨਾ ਪੈਂਦਾ, ਤਿੰਨ ਨਿਊਟਰੋਨਸ ਅੱਗੇ ਪ੍ਰੋਡਿਊਸ ਹੋ ਜਾਂਦੇ ਨੇ। ਤਾਂ ਇਹ ਸੈਲਫ ਸਸਟੇਨਿੰਗ ਰਿਐਕਸ਼ਨ ਹੈ, ਮਤਲਬ ਆਪਾਂ ਨੂੰ ਸਿਰਫ ਇੱਕ ਵਾਰੀ ਇਨੀਸ਼ੀਏਟ ਕਰਨ ਦੇ ਲਈ ਨਿਊਟਰੋਨ ਬੰਬਾਰਡ ਕਰਵਾਉਣਾ ਪਊਗਾ, ਉਸ ਤੋਂ ਬਾਅਦ ਤਾਂ ਨਿਊਟਰੋਨਸ ਇਹਦੇ ਵਿੱਚ ਖੁਦ ਦੇ ਵਿੱਚ ਹੀ ਪ੍ਰੋਡਿਊਸ ਹੋ ਰਹੇ ਨੇ। ਉਹ ਨਿਊਟਰੋਨਸ ਨੇ ਜਿਹੜੇ ਅੱਗੇ ਯੂਰੇਨੀਅਮ ਦੇ ਨਾਲ ਸਟਰਾਈਕ ਹੋਈ ਜਾਣਗੇ ਤੇ ਹੋਰ ਸੇਮ ਇਹ ਰਿਐਕਸ਼ਨ ਪ੍ਰੋਸੀਡ ਹੁੰਦੀ ਜਾਊਗੀ। ਸੈਲਫ ਸਸਟੇਨਿੰਗ ਰਿਐਕਸ਼ਨ ਹੈ, ਚੇਨ ਰਿਐਕਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਜਿਵੇਂ ਹੁਣ ਇਹ ਤਿੰਨ ਨਿਊਟਰੋਨਸ ਪ੍ਰੋਡਿਊਸ ਹੋਏ, ਫਿਰ ਇਹ ਵੀ ਤਾਂ ਜਾ ਕੇ ਅੱਗੇ ਤਿੰਨ ਯੂਰੇਨੀਅਮਸ ਨੂੰ ਸਟਰਾਈਕ ਕਰਨਗੇ, ਫਿਰ ਤਿੰਨ ਯੂਰੇਨੀਅਮਸ ਨੇ ਜਿਹੜੇ ਅੱਗੇ ਆਪਣੇ ਕੋਲ ਬੇਰੀਅਮ ਕ੍ਰਿਪਟਨ ਪ੍ਰੋਡਿਊਸ ਕਰਦੇ ਰਹਿਣਗੇ। ਸਿਮਿਲਰਲੀ ਫਿਰ ਅੱਗੇ ਤਿੰਨ ਨਿਊਟਰੋਨਸ ਉਹਨਾਂ ਦੇ ਵਿੱਚੋਂ ਪ੍ਰੋਡਿਊਸ ਹੋਣਗੇ, 9 ਨਿਊਟਰੋਨਸ ਹੋ ਗਏ, ਫਿਰ ਉਹ 9 ਯੂਰੇਨੀਅਮਸ ਨੂੰ ਹਿੱਟ ਕਰਨਗੇ ਜਾ ਕੇ। ਤਾਂ ਇਹ ਆਪਣੇ ਕੋਲ ਇੱਕ ਚੇਨ ਰਿਐਕਸ਼ਨ ਹੈ ਨਿਊਕਲੀਅਰ ਫਿਜ਼ਨ, ਮਤਲਬ ਇਹਦੇ ਵਿੱਚ ਲਾਰਜ ਅਮਾਊਂਟ ਆਫ ਐਨਰਜੀ ਕੀ ਹੁੰਦੀ ਹੈ ਪ੍ਰੋਡਿਊਸ ਹੁੰਦੀ ਹੈ। ਤੇ ਉਸ ਤੋਂ ਬਾਅਦ ਨਿਊਕਲੀਅਰ ਫਿਊਜ਼ਨ ਹੈ। ਫਿਊਜ਼ਨ ਦੇ ਵਿੱਚ ਆਪਾਂ ਪਹਿਲਾਂ ਹੀ ਡਿਸਕਸ ਕਰ ਚੁੱਕੇ, ਜੁੜਨਾ, ਲਾਈਟਰ ਨਿਊਕਲੀਆਈ ਕੰਬਾਈਨ ਹੋ ਕੇ ਹੈਵੀ ਨਿਊਕਲੀਅਸ ਬਣਾਉਂਦੇ ਨੇ। ਜਿਵੇਂ ਇੱਕ ਡਿਊਟੀਰੀਅਮ ਹੈ, ਇੱਕ ਟ੍ਰੀਟੀਅਮ ਹੈ। ਡਿਊਟੀਰੀਅਮ ਤੇ ਟ੍ਰੀਟੀਅਮ ਦੋਨੋਂ ਆਪਣੇ ਕੋਲ ਕੀ ਹੁੰਦੇ ਨੇ, ਹਾਈਡਰੋਜਨ ਦੇ ਆਈਸੋਟੋਪਸ ਹੁੰਦੇ ਨੇ। ਇੱਕ ਡਿਊਟੀਰੀਅਮ ਹੈ, ਇੱਕ ਟ੍ਰੀਟੀਅਮ ਹੈ ਆਪਣੇ ਕੋਲ। ਤਾਂ ਡਿਊਟੀਰੀਅਮ ਤੇ ਟ੍ਰੀਟੀਅਮ ਮਿਲ ਕੇ ਕੀ ਬਣਾਉਂਦੇ ਨੇ, ਹੀਲੀਅਮ। ਆਪਣੇ ਕੋਲ ਹੀਲੀਅਮ ਪ੍ਰੋਡਿਊਸ ਕਰਦੇ ਨੇ, ਨਾਲ ਇੱਕ ਨਿਊਟਰੋਨ ਪ੍ਰੋਡਿਊਸ ਹੁੰਦਾ। 24 ਮੈਗਾ ਇਲੈਕਟ੍ਰੋਨ ਵੋਲਟ ਐਨਰਜੀ ਪ੍ਰੋਡਿਊਸ ਹੋ ਰਹੀ ਹੈ। ਇਹਦੇ ਵਿੱਚ 200 ਸੀ, ਇਹਦੇ ਵਿੱਚ 24 ਹੈ। ਤਾਂ ਨਿਊਕਲੀਅਰ ਫਿਜ਼ਨ ਦੇ ਵਿੱਚ ਲਾਰਜ ਅਮਾਊਂਟ ਆਫ ਐਨਰਜੀ ਪ੍ਰੋਡਿਊਸ ਹੁੰਦੀ ਹੈ ਐਜ਼ ਕੰਪੇਅਰ ਟੂ ਨਿਊਕਲੀਅਰ ਫਿਊਜ਼ਨ। ਫਿਜ਼ਨ ਦੇ ਵਿੱਚ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਫਿਊਜ਼ਨ। ਬਟ ਇਹ ਰਿਐਕਸ਼ਨ ਦੀ ਇੱਕ ਕੰਡੀਸ਼ਨ ਹੈ ਕਿ ਇਹ ਰਿਐਕਸ਼ਨ ਬਹੁਤ ਜ਼ਿਆਦਾ ਹਾਈ ਟੈਂਪਰੇਚਰ ਅਤੇ ਪ੍ਰੈਸ਼ਰ ਦੇ ਉੱਪਰ ਹੋਊਗੀ। ਮਤਲਬ ਆਪਾਂ ਇਹਨੂੰ ਲੈਬਸ ਦੇ ਵਿੱਚ ਨਹੀਂ ਕਰ ਸਕਦੇ, ਕਿਉਂਕਿ ਇੰਨੇ ਜ਼ਿਆਦਾ ਹਾਈ ਟੈਂਪਰੇਚਰ ਆਪਾਂ ਲੈਬਸ ਦੇ ਵਿੱਚ ਪ੍ਰੋਵਾਈਡ ਨਹੀਂ ਕਰ ਪਾਉਂਦੇ। ਜਿਵੇਂ ਕਿ ਆਪਾਂ ਕਹਿ ਦਿੰਦੇ ਹਾਂ ਸਨ ਦੇ ਵਿੱਚ, ਸਟਾਰਸ ਦੇ ਵਿੱਚ, ਉੱਥੇ ਹੁੰਦੀ ਹੈ ਨਿਊਕਲੀਅਰ ਫਿਊਜ਼ਨ ਰਿਐਕਸ਼ਨ, ਕਿਉਂਕਿ ਉੱਥੇ ਆਪਣੇ ਕੋਲ ਬਹੁਤ ਜ਼ਿਆਦਾ ਹਾਈ ਟੈਂਪਰੇਚਰ ਹੁੰਦਾ ਹੈਗਾ। ਤਾਂ ਸਨ ਦੇ ਵਿੱਚ, ਸਟਾਰਸ ਦੇ ਵਿੱਚ ਇਹੀ ਰਿਐਕਸ਼ਨ ਹੁੰਦੀ ਹੈ, ਹਾਈਡਰੋਜਨ ਅਤੇ ਹੀਲੀਅਮ। ਹਾਈਡਰੋਜਨਸ ਕੰਬਾਈਨ ਹੋ ਕੇ ਹੀਲੀਅਮ ਬਣਾਉਂਦੇ ਨੇ। ਤਾਂ ਆਪਣੇ ਕੋਲ ਇਹ ਬਹੁਤ ਹਾਈ ਟੈਂਪਰੇਚਰ ਅਤੇ ਪ੍ਰੈਸ਼ਰ ਦੇ ਉੱਪਰ ਹੋਣ ਕਰਕੇ 10⁻⁷ ਕੈਲਵਿਨ ਤੱਕ ਦਾ ਟੈਂਪਰੇਚਰ ਚਾਹੀਦਾ। ਇਹ ਹਾਈ ਟੈਂਪਰੇਚਰ ਅਤੇ ਪ੍ਰੈਸ਼ਰ ਦੇ ਉੱਪਰ ਹੋਣ ਕਰਕੇ ਆਪਾਂ ਇਹਨੂੰ ਲੈਬਸ ਦੇ ਵਿੱਚ ਪਰਫੋਰਮ ਨਹੀਂ ਕਰ ਸਕਦੇ। ਆਪਾਂ ਇਹਨਾਂ ਨੂੰ ਸਿਰਫ
ਮਤਲਬ ਜਿਹੜੇ ਨੈਚੁਰਲ ਫਿਨੋਮੀਨਨਸ ਨੇ ਜਿਵੇਂ ਸਨ ਸਟਾਰਸ ਦੇ ਵਿੱਚ ਹੀ ਹੁੰਦੀ ਹੈ ਇਹ ਰਿਐਕਸ਼ਨ। ਤਾਂ ਇਹ ਰਿਐਕਸ਼ਨ ਨੂੰ ਆਪਾਂ ਖੁਦ ਕਰਵਾ ਸਕਦੇ ਹਾਂ, ਇਹਨੂੰ ਆਪਾਂ ਨਹੀਂ ਕਰਵਾ ਸਕਦੇ। ਫਿਜ਼ਨ ਨੂੰ ਆਪਾਂ ਅੱਗੇ ਨਿਊਕਲੀਅਰ ਰਿਐਕਟਰ ਡਿਸਕਸ ਕਰਾਂਗੇ, ਉੱਥੇ ਆਪਾਂ ਦੇਖਾਂਗੇ ਕਿ ਫਿਜ਼ਨ ਰਿਐਕਸ਼ਨ ਹੀ ਹੋ ਰਹੀ ਹੈ, ਬਟ ਫਿਊਜ਼ਨ ਨਹੀਂ ਆਪਾਂ ਮਤਲਬ ਆਪਣੀ ਲਾਈਫ ਦੇ ਵਿੱਚ ਲੈਬਸ ਦੇ ਵਿੱਚ ਕਰਵਾ ਸਕਦੇ, ਇਹ ਨੈਚੁਰਲ ਫਿਨੋਮੀਨਨਸ ਦੇ ਵਿੱਚ ਹੀ ਹੈ। ਤਾਂ ਸਨ ਦੇ ਵਿੱਚ ਜਿਹੜੀ ਐਨਰਜੀ ਦਾ ਸੋਰਸ ਹੈ, ਸਨ ਤੋਂ ਆਪਾਂ ਨੂੰ ਇੰਨੀ ਐਨਰਜੀ ਮਿਲਦੀ ਹੈ, ਤਾਂ ਜਿਹੜਾ ਐਨਰਜੀ ਦਾ ਸੋਰਸ ਹੈ ਇਹ ਆਉਂਦਾ ਕਿੱਥੋਂ ਹੈ? ਸਨ ਦੇ ਵਿੱਚ ਨਿਊਕਲੀਅਰ ਫਿਊਜ਼ਨ ਰਿਐਕਸ਼ਨ ਹੀ ਹੋ ਰਹੀ ਹੈਗੀ, ਉੱਥੋਂ ਹੀ ਆਉਂਦੀ ਹੈ ਇਹ ਐਨਰਜੀ। ਤਾਂ ਕੁਛ ਇੰਪੋਰਟੈਂਟ ਪੁਆਇੰਟਸ ਜੋ ਸਨ ਦੇ ਵਿੱਚ ਸਟਾਰਸ ਦੇ ਵਿੱਚ ਐਨਰਜੀ ਹੁੰਦੀ ਹੈ ਉਹਨਾਂ ਨੂੰ ਲੈ ਕੇ ਆਪਾਂ ਨੂੰ ਪਤਾ ਸਨ ਦੀ ਮਤਲਬ ਸਨ ਦਾ ਟੈਂਪਰੇਚਰ ਬਹੁਤ ਜ਼ਿਆਦਾ ਹੈ, ਠੀਕ ਹੈ, ਕਿੰਨਾ 20 ਮਿਲੀਅਨ ਡਿਗਰੀ ਫਾਰਨਹੀਟ ਹੁੰਦਾ ਹੈ ਟੈਂਪਰੇਚਰ ਦੇ ਜਿਹੜਾ ਸਨ ਦੀ ਕੋਰ ਦਾ ਟੈਂਪਰੇਚਰ ਹੈ। ਸਨ ਦੀ ਕੋਰ ਦਾ ਇੰਨਾ ਜ਼ਿਆਦਾ ਟੈਂਪਰੇਚਰ ਹੈ, ਆਪਾਂ ਕਿਹਾ ਕਿ ਜਿੱਥੇ ਹਾਈ ਟੈਂਪਰੇਚਰ ਹੈ ਉੱਥੇ ਨਿਊਕਲੀਅਰ ਫਿਊਜ਼ਨ ਰਿਐਕਸ਼ਨ ਪੋਸੀਬਲ ਹੈ। ਤਾਂ ਸਨ ਦੇ ਵਿੱਚ ਰਿਐਕਸ਼ਨ ਨਿਊਕਲੀਅਰ ਫਿਊਜ਼ਨ ਰਿਐਕਸ਼ਨ ਪੋਸੀਬਲ ਹੋਊਗੀ ਤਾਂ ਆਪਣੇ ਕੋਲ ਇੱਕ ਤਾਂ ਪ੍ਰੋਟੋਨ ਸਾਈਕਲ ਹੁੰਦਾ ਹੈ, ਇੱਕ ਹੁੰਦਾ ਕਾਰਬਨ ਨਾਈਟ੍ਰੋਜਨ ਸਾਈਕਲ। ਸੋ ਦੋ ਟਾਈਪ ਦੇ ਸਾਈਕਲਸ ਹੁੰਦੇ ਨੇ, ਇੱਕ ਪ੍ਰੋਟੋਨ ਸਾਈਕਲ, ਇੱਕ ਕਾਰਬਨ ਨਾਈਟ੍ਰੋਜਨ ਆਕਸੀਜਨ ਸਾਈਕਲ। ਆਪਣੇ ਕੋਲ ਦੋਨੋਂ ਮਤਲਬ ਜਿਹੜੀ ਨਿਊਕਲੀਅਰ ਫਿਊਜ਼ਨ ਹੈ ਉਹ ਆਪਾਂ ਨੂੰ ਪਤਾ ਹੈ ਕਿ ਹਾਂ ਸਨ ਦੇ ਵਿੱਚ ਸਟਾਰਸ ਦੇ ਵਿੱਚ ਐਨਰਜੀ ਦਾ ਜਿਹੜਾ ਸੋਰਸ ਹੈ ਉਹ ਨਿਊਕਲੀਅਰ ਫਿਊਜ਼ਨ ਹੈ, ਬਟ ਨਿਊਕਲੀਅਰ ਫਿਊਜ਼ਨ ਜੋ ਹੁੰਦੀ ਹੈ ਉਹ ਵੀ ਦੋ ਸਾਈਕਲਸ ਦੇ ਨਾਲ ਹੋ ਸਕਦੀ ਹੈ, ਦੋ ਟਾਈਪਸ ਦੇ ਨਾਲ ਹੋ ਸਕਦੀ ਹੈ, ਇੱਕ ਪ੍ਰੋਟੋਨ ਸਾਈਕਲ, ਇੱਕ ਕਾਰਬਨ ਨਾਈਟ੍ਰੋਜਨ ਆਕਸੀਜਨ ਸਾਈਕਲ। ਸਭ ਤੋਂ ਪਹਿਲਾਂ ਪ੍ਰੋਟੋਨ ਸਾਈਕਲ ਦੇ ਵਿੱਚ ਕੀ ਹੁੰਦਾ ਹੈ? ਪਹਿਲਾਂ ਪ੍ਰੋਟੋਨਸ ਨੇ, ਦੋ ਪ੍ਰੋਟੋਨਸ ਨੇ ਮਿਲ ਕੇ ਜਿਵੇਂ ਡਿਊਟੀਰੀਅਮ ਬਣਾਇਆ, ਤਿੰਨ ਪ੍ਰੋਟੋਨਸ ਨੇ ਮਿਲ ਕੇ ਆਪਣੇ ਕੋਲ ਟ੍ਰੀਟੀਅਮ ਬਣਾਇਆ, ਫਿਰ ਉਹ ਡਿਊਟੀਰੀਅਮ ਅਤੇ ਟ੍ਰੀਟੀਅਮ ਨੇ ਮਿਲ ਕੇ ਹੀਲੀਅਮ ਬਣਾਇਆ। ਤਾਂ ਪ੍ਰੋਟੋਨ ਸਾਈਕਲ ਦੇ ਵਿੱਚ ਬੇਸਿਕਲੀ ਕੀ ਹੁੰਦਾ ਹੈ ਕਿ ਪਹਿਲਾਂ ਪ੍ਰੋਟੋਨਸ ਮਿਲ ਕੇ ਡਿਊਟੀਰੀਅਮ ਟ੍ਰੀਟੀਅਮ ਪ੍ਰੋਡਿਊਸ ਕਰਦੇ ਨੇ, ਫਿਰ ਉਹ ਡਿਊਟੀਰੀਅਮ ਟ੍ਰੀਟੀਅਮ ਮਿਲ ਕੇ ਕੀ ਪ੍ਰੋਡਿਊਸ ਕਰਦੇ ਨੇ? ਹੀਲੀਅਮ। ਅਤੇ ਆਪਣੇ ਕੋਲ ਕਾਰਬਨ ਨਾਈਟ੍ਰੋਜਨ ਆਕਸੀਜਨ ਸਾਈਕਲ ਦੇ ਵਿੱਚ ਕੀ ਹੁੰਦਾ ਹੈ? ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਕਾਰਬਨ ਨਾਈਟ੍ਰੋਜਨ ਆਕਸੀਜਨ ਦਾ ਕੀ ਕੰਮ ਹੁੰਦਾ ਹੈ? ਇਹ ਕਾਰਬਨ ਨਾਈਟ੍ਰੋਜਨ ਆਕਸੀਜਨ ਐਜ਼ ਕੈਟਾਲਿਸਟ ਯੂਜ਼ ਹੁੰਦੇ ਨੇ, ਮਤਲਬ ਜਿਹੜੀ ਪ੍ਰੋਸੈਸ ਹੈ ਉਹਦੇ ਉਹ ਮਤਲਬ ਕਾਰਬਨ ਨਾਈਟ੍ਰੋਜਨ ਆਕਸੀਜਨ ਉਹਨਾਂ ਦੇ ਵਿੱਚ ਇਨਵੋਲਵ ਨਹੀਂ ਹੁੰਦੇ, ਯੂਜ਼ ਨਹੀਂ ਹੁੰਦੇ, ਇੱਕ ਸਟੈਪ ਦੇ ਵਿੱਚ ਯੂਜ਼ ਹੋ ਕੇ ਅਗਲੇ ਸਟੈਪ ਦੇ ਵਿੱਚ ਐਜ਼ ਇਟ ਇਜ਼ ਮਿਲ ਜਾਂਦੇ ਨੇ, ਐਜ਼ ਅ ਕੈਟਾਲਿਸਟ ਯੂਜ਼ ਹੁੰਦੇ ਨੇ। ਕੈਟਾਲਿਸਟ ਦਾ ਕੰਮ ਪਤਾ ਆਪਾਂ ਨੂੰ ਕਿ ਜੇ ਕੈਟਾਲਿਸਟ ਇੱਕ ਸਟੈਪ ਦੇ ਵਿੱਚ ਯੂਜ਼ ਹੋ ਰਹੇ ਨੇ ਤਾਂ ਅਗਲੇ ਸਟੈਪ ਦੇ ਵਿੱਚ ਆਪਾਂ ਨੂੰ ਐਜ਼ ਇਟ ਇਜ਼ ਮਿਲ ਜਾਂਦੇ ਨੇ। ਤਾਂ ਕਾਰਬਨ ਨਾਈਟ੍ਰੋਜਨ ਆਕਸੀਜਨ ਕੰਜ਼ਿਊਮ ਨਹੀਂ ਹੁੰਦੇ, ਐਜ਼ ਕੈਟਾਲਿਸਟ ਯੂਜ਼ ਹੁੰਦੇ ਨੇ, ਤਾਂ ਇਹਨੂੰ ਕਾਰਬਨ ਨਾਈਟ੍ਰੋਜਨ ਆਕਸੀਜਨ ਸਾਈਕਲ ਕਹਿੰਦੇ ਆ। ਹੁੰਦਾ ਕੀ ਹੈ ਇਹਦੇ ਵਿੱਚ ਚਾਰ ਪ੍ਰੋਟੋਨਸ ਕੰਬਾਈਨ ਹੁੰਦੇ ਨੇ, ਚਾਰ ਪ੍ਰੋਟੋਨਸ ਕੰਬਾਈਨ ਹੋ ਕੇ ਅਲਫਾ ਪਾਰਟੀਕਲ ਪ੍ਰੋਡਿਊਸ ਕਰਦੇ ਨੇ। ਅਲਫਾ ਪਾਰਟੀਕਲ ਮਤਲਬ ਹੀਲੀਅਮ ਨਿਊਕਲੀਅਸ, ਆਪਾਂ ਨੂੰ ਉਹੀ ਚਾਹੀਦਾ ਨਾ ਹੀਲੀਅਮ ਨਿਊਕਲੀਅਸ। ਤਾਂ ਹੀਲੀਅਮ ਨਿਊਕਲੀਅਸ ਕਿਵੇਂ ਪ੍ਰੋਡਿਊਸ ਹੁੰਦਾ? ਚਾਰ ਪ੍ਰੋਟੋਨਸ ਮਿਲ ਕੇ ਪ੍ਰੋਡਿਊਸ ਕਰਦੇ ਨੇ ਹੀਲੀਅਮ, ਚਾਰ ਪ੍ਰੋਟੋਨਸ ਮਿਲ ਕੇ ਇੱਕ ਹੀਲੀਅਮ ਨਿਊਕਲੀਅਸ ਪ੍ਰੋਡਿਊਸ ਕਰਦੇ ਨੇ। ਆਪਣੇ ਕੋਲ ਹੋਰ ਕੀ ਪ੍ਰੋਡਿਊਸ ਹੁੰਦਾ? ਇਹਦੇ ਵਿੱਚ ਦੋ ਪੋਜ਼ੀਟਰੋਨਸ, ਦੋ ਇਲੈਕਟ੍ਰੋਨਸ ਅਤੇ ਦੋ ਨਿਊਟਰੀਨੋਸ ਪ੍ਰੋਡਿਊਸ ਹੁੰਦੇ ਨੇ। ਕਾਰਬਨ ਨਾਈਟ੍ਰੋਜਨ ਆਕਸੀਜਨ ਸਾਈਕਲ ਕਿਉਂ ਕਹਿੰਦੇ ਆ? ਬਿਕੋਜ਼ ਕਾਰਬਨ ਨਾਈਟ੍ਰੋਜਨ ਅਤੇ ਆਕਸੀਜਨ ਐਜ਼ ਅ ਕੈਟਾਲਿਸਟ ਯੂਜ਼ ਹੋ ਰਹੇ ਨੇ। ਤਾਂ ਪ੍ਰੋਟੋਨ ਸਾਈਕਲ ਅਤੇ ਕਾਰਬਨ ਨਾਈਟ੍ਰੋਜਨ ਆਕਸੀਜਨ ਸਾਈਕਲ ਦਾ ਡਿਫਰੈਂਸ ਕਲੀਅਰ ਹੋ ਗਿਆ ਸਭ ਨੂੰ। ਬਟ ਹੁਣ ਇਹ ਕਿਹੜੇ ਸਟਾਰਸ ਦੇ ਵਿੱਚ ਪ੍ਰੋਟੋਨ ਸਾਈਕਲ ਹੁੰਦਾ, ਕਿਹੜੇ ਸਟਾਰਸ ਦੇ ਵਿੱਚ ਕਾਰਬਨ ਨਾਈਟ੍ਰੋਜਨ ਆਕਸੀਜਨ ਸਾਈਕਲ ਹੁੰਦਾ? ਕੁਛ ਸਟਾਰਸ ਨੇ ਜਿਹੜੇ ਟੈਂਪਰੇਚਰ ਤਾਂ ਦੇਖੋ ਸਾਰੇ ਸਟਾਰਸ ਦਾ ਹੀ ਬਹੁਤ ਹਾਈ ਹੁੰਦਾ ਹੈ, ਬਟ ਕੁਛ ਸਟਾਰਸ ਬਹੁਤ ਜ਼ਿਆਦਾ ਹੋਟ ਹੁੰਦੇ ਨੇ, ਕੁਛ ਥੋੜ੍ਹੇ ਜਿਹੇ ਘੱਟ ਹੁੰਦੇ ਨੇ। ਤਾਂ ਜਿਹੜੇ ਬਹੁਤ ਜ਼ਿਆਦਾ ਹੋਟ ਹੁੰਦੇ ਨੇ ਉਹਨਾਂ ਦੇ ਵਿੱਚ ਕਾਰਬਨ ਨਾਈਟ੍ਰੋਜਨ ਆਕਸੀਜਨ ਸਾਈਕਲ ਨਾਲ ਫਿਊਜ਼ਨ ਹੋ ਰਹੀ ਹੈ, ਅਤੇ ਜਿਹੜੇ ਆਪਣੇ ਕੋਲ ਉਹ ਥੋੜ੍ਹੇ ਜਿਹੇ ਘੱਟ ਹੋਟ ਨੇ ਉਹਨਾਂ ਦੇ ਵਿੱਚ ਪ੍ਰੋਟੋਨ ਸਾਈਕਲ ਦੇ ਨਾਲ ਫਿਊਜ਼ਨ ਹੁੰਦੀ ਹੈ। ਜਿਵੇਂ ਕਿ ਸਨ ਦੇ ਵਿੱਚ ਵੀ, ਸਨ ਤੋਂ ਬਹੁਤ ਜ਼ਿਆਦਾ ਹੋਟ ਬਹੁਤ ਸਟਾਰਸ ਪਏ ਨੇ, ਮਤਲਬ ਸਨ ਦੀ ਹੀਟ ਹੀ ਆਪਣੇ ਤੱਕ ਪਹੁੰਚਦੀ ਹੈ। ਕਿਉਂ? ਕਿਉਂਕਿ ਸਨ ਬਾਕੀ ਸਟਾਰਸ ਦੇ ਕੰਪੈਰੀਟਿਵ ਅਰਥ ਦੇ ਨੇੜੇ ਹੈ, ਬਟ ਸਨ ਤੋਂ ਬਹੁਤ ਜ਼ਿਆਦਾ ਹੋਟ ਹੋਰ ਸਟਾਰਸ ਵੀ ਪਏ ਨੇ। ਉਹ ਸਟਾਰਸ ਦੇ ਵਿੱਚ CNO ਸਾਈਕਲ ਹੁੰਦਾ, ਕਾਰਬਨ ਨਾਈਟ੍ਰੋਜਨ ਆਕਸੀਜਨ ਸਾਈਕਲ, ਅਤੇ ਜਿਹੜੇ ਥੋੜ੍ਹੇ ਜਿਹੇ ਘੱਟ ਹੋਟ ਹੁੰਦੇ ਨੇ ਮਤਲਬ ਉਹਨਾਂ ਦੇ ਵਿੱਚ ਅਤੇ ਸਨ ਦੇ ਵਿੱਚ ਪ੍ਰੋਟੋਨ ਸਾਈਕਲ ਹੁੰਦਾ। ਹਾਂਜੀ, ਵਿਦ ਦਿਸ ਆਪਣਾ ਨਿਊਕਲੀਅਰ ਫਿਜ਼ਨ ਅਤੇ ਫਿਊਜ਼ਨ ਦਾ ਅਤੇ ਐਨਰਜੀ ਸੋਰਸ ਇਨ ਸਟਾਰਸ ਵਾਲਾ ਟੋਪਿਕ ਹੈ ਜੋ ਉਹ ਕੰਪਲੀਟ ਹੋ ਗਿਆ। ਹੁਣ ਆਪਾਂ ਨੈਕਸਟ ਟੋਪਿਕ ਕਰਾਂਗੇ ਨਿਊਕਲੀਅਰ ਰਿਐਕਟਰਸ। ਹਾਂਜੀ, ਨੈਕਸਟ ਟੋਪਿਕ ਹੈ ਆਪਣੇ ਕੋਲ ਨਿਊਕਲੀਅਰ ਰਿਐਕਟਰ ਕੀ ਹੁੰਦਾ? ਇਸ ਦੇ ਵਿੱਚ ਆਪਾਂ ਕੰਟਰੋਲਡ ਨਿਊਕਲੀਅਰ ਫਿਜ਼ਨ ਰਿਐਕਸ਼ਨ ਪਰਫੋਰਮ ਕਰਵਾਉਂਦੇ ਹਾਂ। ਫਿਊਜ਼ਨ ਤਾਂ ਪਤਾ ਪੋਸੀਬਲ ਨਹੀਂ ਹੈਗੀ ਪਰਫੋਰਮ ਕਰਵਾਉਣੀ, ਬਹੁਤ ਹਾਈ ਟੈਂਪਰੇਚਰ 'ਤੇ ਹੁੰਦੀ ਹੈ, ਬਟ ਫਿਜ਼ਨ ਰਿਐਕਸ਼ਨ ਆਪਾਂ ਯੂਜ਼ ਕਰਦੇ ਹਾਂ। ਨਿਊਕਲੀਅਰ ਫਿਜ਼ਨ ਦੇ ਨਾਲ ਆਪਾਂ ਇਲੈਕਟ੍ਰੀਸਿਟੀ ਪ੍ਰੋਡਿਊਸ ਕਰਾਂਗੇ। ਇਸ ਦੇ ਵਿੱਚ ਇਹ ਨਿਊਕਲੀਅਰ ਰਿਐਕਟਰ ਹੈ। ਨਿਊਕਲੀਅਰ ਐਨਰਜੀ ਨੂੰ ਯੂਜ਼ ਕਰਕੇ ਆਪਾਂ ਇਲੈਕਟ੍ਰਿਕ ਐਨਰਜੀ ਪ੍ਰੋਡਿਊਸ ਕਰਾਂਗੇ। ਅਤੇ ਇਹਦੇ ਪ੍ਰਿੰਸੀਪਲ ਕੀ ਹੈ? ਇਹਦੇ ਵਿੱਚ ਕੰਟਰੋਲਡ ਨਿਊਕਲੀਅਰ ਫਿਜ਼ਨ ਰਿਐਕਸ਼ਨ ਹੁੰਦੀ ਹੈ। ਦਿਸ ਇਜ਼ ਦੀ ਪ੍ਰਿੰਸੀਪਲ ਆਫ ਦੀ ਨਿਊਕਲੀਅਰ ਰਿਐਕਟਰ।
ਤਾਂ ਇਹ ਆਪਣੇ ਕੋਲ ਨਿਊਕਲੀਅਰ ਰਿਐਕਟਰ ਦਾ ਸੈਟਅਪ ਹੈ। ਸਭ ਤੋਂ ਪਹਿਲਾਂ ਆਪਣੇ ਕੋਲ ਜਿਹੜਾ ਇਹ ਆਊਟਰ ਜੋ ਸ਼ੋ ਹੋ ਰਿਹਾ, ਇਹ ਆਪਣੇ ਕੋਲ ਕੰਕਰੀਟ ਦਾ ਇੱਕ ਚੈਂਬਰ ਬਣਿਆ ਹੋਇਆ ਹੈ, ਜੋ ਇਹ ਆਊਟਰ ਚੈਂਬਰ ਹੈ, ਕੰਕਰੀਟ ਦਾ ਚੈਂਬਰ ਹੈ। ਬਹੁਤ ਜ਼ਿਆਦਾ ਇਹਦੇ ਵਿੱਚ ਫਿਲਿੰਗ ਕੀਤੀ ਹੁੰਦੀ ਹੈ ਕੰਕਰੀਟ ਵਗੈਰਾ ਦੀ, ਸੋ ਦੈਟ ਹਾਈ ਐਨਰਜੀ ਰੇਡੀਏਸ਼ਨਸ ਨੇ ਜਿਹੜੀਆਂ ਨਿਊਕਲੀਅਰ ਰੇਡੀਏਸ਼ਨਸ ਉਹ ਬਾਹਰ ਨਾ ਆ ਪਾਉਣ। ਤਾਂ ਇਹਦੇ ਵਿੱਚ ਉਸ ਤੋਂ ਬਾਅਦ ਆਪਣੇ ਕੋਲ ਯੂਰੇਨੀਅਮ ਦੀਆਂ ਰੋਡਸ ਲੱਗੀਆਂ ਹੋਈਆਂ ਨੇ, ਜੋ ਇਹ ਨੇ ਆਪਣੇ ਕੋਲ ਯੂਰੇਨੀਅਮ 235 ਦੀਆਂ ਰੋਡਸ ਨੇ, ਯੂਰੇਨੀਅਮ 235 ਰੋਡਸ, ਜਿਹੜਾ ਕਿ ਐਜ਼ ਫਿਊਲ ਕੰਮ ਕਰ ਰਿਹਾ ਹੈਗਾ। ਉਸ ਤੋਂ ਬਾਅਦ ਆਪਣੇ ਕੋਲ ਇਹਨਾਂ ਦਾ ਮੈਂ ਫੰਕਸ਼ਨ ਸਮਝਾਉਂਗੀ ਸਭ ਦਾ ਕੀ ਹੁੰਦਾ। ਉਸ ਤੋਂ ਬਾਅਦ ਇਹ ਆਪਣੇ ਕੋਲ ਕੰਟਰੋਲ ਰੋਡਸ ਨੇ, ਜੋ ਕਿ ਬੋਰੋਨ ਦੀਆਂ ਬਣੀਆਂ ਹੋਈਆਂ ਨੇ। ਉਸ ਤੋਂ ਬਾਅਦ ਇੱਥੇ ਇੱਕ ਮੋਡਰੇਟਰ ਵੀ ਪਾਇਆ ਹੋਇਆ, ਜਿਹਨੂੰ ਆਪਾਂ ਗ੍ਰੇਫਾਈਟ ਦਾ ਹੁੰਦਾ ਮੋਡਰੇਟਰ। ਤਾਂ ਆਪਣੇ ਕੋਲ ਹੁੰਦਾ ਕੀ ਹੈ, ਐਜ਼ ਅ ਫਿਊਲ ਯੂਰੇਨੀਅਮ ਯੂਜ਼ ਹੋ ਰਿਹਾ ਹੈਗਾ, ਤਾਂ ਨਿਊਕਲੀਅਰ ਫਿਜ਼ਨ ਰਿਐਕਸ਼ਨ ਹੋਊਗੀ। ਨਿਊਕਲੀਅਰ ਫਿਜ਼ਨ ਰਿਐਕਸ਼ਨ ਦੇ ਵਿੱਚ ਯੂਰੇਨੀਅਮ ਬ੍ਰੇਕਡਾਊਨ ਹੋਊਗਾ। ਯੂਰੇਨੀਅਮ ਬ੍ਰੇਕਡਾਊਨ ਹੋਊਗਾ ਤਾਂ ਆਪਣੇ ਕੋਲ ਐਂਡ ਪ੍ਰੋਡਕਟਸ ਦੇ ਨਾਲ ਨਿਊਟਰੋਨਸ ਵੀ ਪ੍ਰੋਡਿਊਸ ਹੋਣਗੇ, 3 ਨਿਊਟਰੋਨਸ ਪ੍ਰੋਡਿਊਸ ਹੋਣਗੇ। ਤਾਂ ਆਪਣੇ ਕੋਲ ਹੁੰਦਾ ਕੀ ਹੈ ਕਿ ਆਪਾਂ ਨੂੰ ਇੱਕ ਕੰਟਰੋਲ ਰਿਐਕਸ਼ਨ ਚਾਹੀਦੀ ਹੈ। ਕੰਟਰੋਲ ਰਿਐਕਸ਼ਨ ਚਾਹੀਦੀ ਹੈ ਮਤਲਬ ਜਿਹੜੇ ਤਿੰਨੋਂ ਨਿਊਟਰੋਨਸ ਨੇ ਆਪਾਂ ਉਹ ਯੂਜ਼ ਨਹੀਂ ਕਰਨੇ, ਕਿਉਂਕਿ ਉਹਦੇ ਨਾਲ ਤਾਂ ਰਿਐਕਸ਼ਨ ਬਹੁਤ ਜ਼ਿਆਦਾ ਸਪੀਡ 'ਤੇ ਚੱਲੂਗੀ ਅਗਰ ਤਿੰਨੋਂ ਨਿਊਟਰੋਨਸ ਅੱਗੇ ਯੂਜ਼ ਹੁੰਦੇ ਰਹਿਣਗੇ। ਤਾਂ ਇਹ ਬੋਰੋਨ ਕੰਟਰੋਲ ਰੋਡਸ ਦਾ ਇਹੀ ਕੰਮ ਹੁੰਦਾ ਹੈ ਕਿ ਇਹ ਨਿਊਟਰੋਨਸ ਨੂੰ, ਐਕਸੈਸਿਵ ਨਿਊਟਰੋਨਸ ਨੂੰ ਐਬਜ਼ੋਰਬ ਕਰ ਲੈਂਦੀ ਹੈ। ਬੋਰੋਨ ਕੰਟਰੋਲ ਰੋਡਸ ਐਕਸੈਸਿਵ ਨਿਊਟਰੋਨਸ ਨੂੰ ਐਬਜ਼ੋਰਬ ਕਰਕੇ ਰਿਐਕਸ਼ਨ ਨੂੰ ਕੀ ਕਰ ਦਿੰਦਾ, ਕੰਟਰੋਲ ਕਰ ਦਿੰਦੇ। ਉਸ ਤੋਂ ਬਾਅਦ ਗ੍ਰੇਫਾਈਟ ਕੋਰ ਐਜ਼ ਅ ਮੋਡਰੇਟਰ ਕੰਮ ਕਰਦੀ ਹੈ, ਐਜ਼ ਅ ਮੋਡਰੇਟਰ ਮਤਲਬ ਜਿਹੜੇ ਨਿਊਟਰੋਨਸ ਪ੍ਰੋਡਿਊਸ ਹੁੰਦੇ ਨੇ, ਚਾਹੇ ਜਿਹੜਾ ਯੂਜ਼ ਵੀ ਹੋ ਰਿਹਾ ਹੈਗਾ, ਉਹਦੀ ਸਪੀਡ ਬਹੁਤ ਫਾਸਟ ਹੁੰਦੀ ਹੈ। ਤਾਂ ਆਪਾਂ ਨੂੰ ਇੰਨੀ ਫਾਸਟ ਸਪੀਡ ਦੇ ਨਿਊਟਰੋਨਸ ਹਿੱਟ ਨਹੀਂ ਕਰਵਾਉਣੇ, ਰਿਐਕਸ਼ਨ ਇੰਨੀ ਫਾਸਟ ਨਹੀਂ ਕਰਵਾਉਣੀ, ਆਪਾਂ ਸਲੋ ਰਿਐਕਸ਼ਨ, ਕੰਟਰੋਲਡ ਰਿਐਕਸ਼ਨ ਕਰਵਾਉਣੀ ਹੈ। ਤਾਂ ਗ੍ਰੇਫਾਈਟ ਕੋਰ ਕੀ ਕਰਦੀ ਹੈ, ਗ੍ਰੇਫਾਈਟ ਉਹਨਾਂ ਨਿਊਟਰੋਨਸ ਦੀ ਰਿਐਕਸ਼ਨ ਨੂੰ ਕੀ ਕਰਦਾ, ਸਲੋ ਡਾਊਨ ਕਰਦੇ। ਇਹੀ ਇਹਦੇ ਵਿੱਚੋਂ ਕੁਐਸਚਨਸ ਬਣਦੇ ਨੇ, ਅਗਰ ਐਗਜ਼ਾਮ ਦੇ ਵਿੱਚ ਬਣਦੇ ਨੇ ਕਿ ਆਪਣੇ ਕੋਲ ਕਿਸੇ ਵੀ ਚੀਜ਼ ਦਾ ਫੰਕਸ਼ਨ ਪੁੱਛ ਸਕਦੇ ਨੇ, ਗ੍ਰੇਫਾਈਟ ਕੋਰ ਦਾ ਕੀ ਕੰਮ ਹੈ, ਬੋਰੋਨ ਰੋਡਸ ਦਾ ਕੀ ਕੰਮ ਹੈ, ਯੂਰੇਨੀਅਮ ਐਜ਼ ਕਿਸ ਚੀਜ਼ ਦੇ ਤੌਰ 'ਤੇ ਯੂਜ਼ ਕੀਤਾ ਜਾਂਦਾ। ਤਾਂ ਯੂਰੇਨੀਅਮ ਐਜ਼ ਅ ਫਿਊਲ, ਗ੍ਰੇਫਾਈਟ ਕੋਰ ਮੋਡਰੇਟਰ, ਐਜ਼ ਅ ਨਿਊਟਰੋਨਸ ਦੀ ਸਪੀਡ ਨੂੰ ਘਟਾਉਣ ਵਾਸਤੇ, ਬੋਰੋਨ ਕੰਟਰੋਲ ਰੋਡਸ ਐਕਸੈਸਿਵ ਨਿਊਟਰੋਨਸ ਨੂੰ ਐਬਜ਼ੋਰਬ ਕਰਨ ਵਾਸਤੇ ਯੂਜ਼ ਹੁੰਦੇ। ਤਾਂ ਠੀਕ ਹੈ, ਇੱਥੇ ਬਹੁਤ ਜ਼ਿਆਦਾ ਹੀਟ ਪ੍ਰੋਡਿਊਸ ਹੋ ਜੂਗੀ। ਜਿਹੜੀ ਇਹ ਹੀਟ ਹੁੰਦੀ ਹੈ, ਐਕਚੁਅਲਸ ਹੁੰਦਾ ਕੀ ਹੈ, ਇਲੈਕਟ੍ਰੀਸਿਟੀ ਕਿਵੇਂ ਪ੍ਰੋਡਿਊਸ ਕਰਦੇ ਹਾਂ, ਜਿਹੜੀ ਇੱਥੋਂ ਹੀਟ ਪ੍ਰੋਡਿਊਸ ਹੁੰਦੀ ਹੈ ਉਹ ਹੀਟ ਨੂੰ ਯੂਜ਼ ਕਰਕੇ ਆਪਾਂ ਇੱਥੋਂ ਟਰਬਾਈਨ ਰੋਟੇਟ ਕਰਵਾਵਾਂਗੇ। ਟਰਬਾਈਨ ਰੋਟੇਟ ਹੋਊਗੀ, ਸ਼ੈਫਟ ਰੋਟੇਟ ਹੋਊਗਾ, ਅਤੇ ਇੱਥੇ ਜਨਰੇਟਰ ਲੱਗਿਆ ਹੁੰਦਾ ਜਿਹੜਾ ਕਿ ਇਲੈਕਟ੍ਰੀਸਿਟੀ ਨੂੰ ਪ੍ਰੋਡਿਊਸ ਕਰਦੇ। ਤਾਂ ਬੇਸਿਕਲੀ ਆਪਾਂ ਨਿਊਕਲੀਅਰ ਐਨਰਜੀ ਤੋਂ ਹੀਟ ਪ੍ਰੋਡਿਊਸ ਕਰਵਾ ਕੇ, ਹੀਟ ਲੈ ਕੇ ਟਰਬਾਈਨ ਨੂੰ ਰੋਟੇਟ ਕਰਵਾ ਰਹੇ ਹਾਂ। ਟਰਬਾਈਨ ਰੋਟੇਟ ਕਰਕੇ ਜਨਰੇਟਰ ਦੇ ਵਿੱਚ, ਜਨਰੇਟਰ ਇਲੈਕਟ੍ਰੀਸਿਟੀ ਪ੍ਰੋਡਿਊਸ ਹੋ ਰਹੀ ਹੈ ਜਨਰੇਟਰ ਦੇ ਵਿੱਚ। ਤਾਂ ਇਹੀ ਚੀਜ਼ ਹੈ ਕਿ ਨਿਊਕਲੀਅਰ ਐਨਰਜੀ ਨੂੰ ਯੂਜ਼ ਕਰਕੇ ਇਲੈਕਟ੍ਰੀਕਲ ਐਨਰਜੀ ਆਪਾਂ ਪ੍ਰੋਡਿਊਸ ਕਰਦੇ ਹਾਂ। ਤਾਂ ਇੱਥੇ ਬਹੁਤ ਜ਼ਿਆਦਾ ਹੀਟ ਪ੍ਰੋਡਿਊਸ ਹੋ ਗਈ। ਐਜ਼ ਅ ਕੂਲੈਂਟ ਵੀ ਕੁਛ ਯੂਜ਼ ਕਰਨਾ ਪਊਗਾ ਇੰਨੀ ਹੀਟ ਨੂੰ ਐਬਜ਼ੋਰਬ ਕਰਨ ਵਾਸਤੇ। ਤਾਂ ਆਪਣੇ ਕੋਲ ਹੋਟ ਸੋਡੀਅਮ ਐਜ਼ ਅ ਕੂਲੈਂਟ ਯੂਜ਼ ਹੋ ਸਕਦਾ ਹੈਗਾ, ਜਾਂ ਫਿਰ ਆਪਣੇ ਕੋਲ ਸੋਡੀਅਮ, ਲਿਕੁਇਡ ਸੋਡੀਅਮ ਦੇ ਬਿਨਾਂ ਹੋਰ ਆਪਾਂ CO2 ਨੂੰ ਵੀ ਯੂਜ਼ ਕਰ ਸਕਦੇ ਹਾਂ, ਕਾਰਬਨ ਡਾਈਆਕਸਾਈਡ ਨੂੰ ਵੀ ਐਜ਼ ਅ ਕੂਲੈਂਟ ਯੂਜ਼ ਕਰ ਸਕਦੇ ਹਾਂ। ਇੱਥੇ ਆਪਾਂ ਸੋਡੀਅਮ ਯੂਜ਼ ਕੀਤਾ ਹੋਇਆ, ਹੁੰਦਾ ਕੀ ਹੈ, ਇੱਥੇ ਸੋਡੀਅਮ ਹੈ, ਇੱਧਰੋਂ ਸੋਡੀਅਮ ਐਂਟਰ ਕਰ ਰਿਹਾ, ਲਿਕੁਇਡ ਸੋਡੀਅਮ ਜਦੋਂ ਇਹਦੇ ਵਿੱਚ ਜਾ ਰਿਹਾ ਤਾਂ ਇੱਥੋਂ ਹੀਟ ਲੈ ਕੇ ਇੱਥੋਂ ਆਪਣੇ ਕੋਲ ਬਾਹਰ ਕੀ ਜਾ ਰਿਹਾ ਹੈਗਾ, ਹੋਟ ਸੋਡੀਅਮ। ਤਾਂ ਮਤਲਬ ਲਿਕੁਇਡ ਸੋਡੀਅਮ ਆਪਾਂ ਨੇ ਦਿੱਤਾ, ਇਹਦੇ ਅੰਦਰ ਜਾ ਰਿਹਾ ਹੈ, ਉੱਥੋਂ ਮਤਲਬ ਹੀਟ ਲੈ ਕੇ ਫਿਰ ਉਹ ਹੋਟ ਸੋਡੀਅਮ ਕੀ ਆ ਰਿਹਾ ਬਾਹਰ। ਇੱਥੇ ਆਪਣੇ ਕੋਲ ਲਿਕੁਇਡ ਹੈ, ਵਾਟਰ ਹੈ, ਠੀਕ ਹੈ, ਇੱਥੇ ਵਾਟਰ ਚੈਨਲ ਹੈ ਆਪਣੇ ਕੋਲ ਇੱਕ। ਜਦੋਂ ਇਸ ਪਾਈਪ ਦੇ ਵਿੱਚ ਆਪਾਂ ਨੂੰ ਵੀ ਪਤਾ, ਜਦੋਂ ਕੋਈ ਗਰਮ ਚੀਜ਼ ਹੈ, ਗਰਮ ਚੀਜ਼ ਨੂੰ ਆਪਾਂ ਮਤਲਬ ਪਾਣੀ, ਜਿਵੇਂ ਸਪੋਜ਼ ਇਹ ਗਰਮ ਪਾਈਪ ਹੈ ਕੋਈ, ਠੀਕ ਹੈ, ਗਰਮ ਪਾਈਪ, ਲੋਹੇ ਦੀ ਪਾਈਪ ਹੀ ਸਮਝ ਲਓ। ਤਾਂ ਇੱਥੇ ਅਗਰ ਆਪਣੇ ਕੋਲ ਪਾਣੀ ਹੈ ਤਾਂ ਪਾਣੀ ਤਾਂ ਗਰਮ ਹੋਊਗਾ ਹੀ, ਜਦੋਂ ਪਾਣੀ ਗਰਮ ਹੋਊਗਾ ਤਾਂ ਸਟੀਮ ਵੀ ਪ੍ਰੋਡਿਊਸ ਹੋਊਗੀ। ਤਾਂ ਇਸ ਵਾਟਰ ਨੂੰ ਗਰਮ ਕੌਣ ਕਰ ਰਿਹਾ, ਇਸ ਵਾਟਰ ਨੂੰ ਗਰਮ ਕਰ ਰਿਹਾ ਇਹ ਜਿਹੜਾ ਹੋਟ ਸੋਡੀਅਮ ਹੈ, ਜਿਹੜਾ ਕਿ ਇਸ ਨਿਊਕਲੀਅਰ ਚੈਂਬਰ ਦੇ ਵਿੱਚੋਂ ਆ ਰਿਹਾ। ਤਾਂ ਇਹ ਸਟੀਮ ਪ੍ਰੋਡਿਊਸ ਹੋਈ, ਸਟੀਮ ਪ੍ਰੋਡਿਊਸ ਹੋ ਕੇ ਟਰਬਾਈਨ ਨੂੰ 'ਤੇ ਫੋਲ ਕੀਤੀ, ਇਹ ਸਟੀਮ ਟਰਬਾਈਨ ਰੋਟੇਟ ਹੋਈ, ਟਰਬਾਈਨ ਰੋਟੇਟ ਹੋ ਕੇ ਕਿੱਥੇ ਸ਼ੈਫਟ ਰੋਟੇਟ ਹੋ ਰਿਹਾ, ਅਤੇ ਉਹਦੇ ਨਾਲ ਫਿਰ ਜਨਰੇਟਰ ਦੇ ਵਿੱਚ ਕੀ ਪ੍ਰੋਡਿਊਸ ਹੋ ਰਹੀ ਹੈ, ਇਲੈਕਟ੍ਰੀਸਿਟੀ। ਇੱਧਰੋਂ ਆਪਾਂ ਵਾਟਰ ਦੇ ਰਹੇ ਹਾਂਗੇ, ਵਾਟਰ ਜਿਹੜਾ ਮਤਲਬ ਜ਼ਿਆਦਾ ਹੋਟ ਵਾਟਰ ਹੈ ਉਹ ਬਾਹਰ ਜਾਈ ਜਾਂਦਾ ਹੈਗਾ, ਅਤੇ ਆਪਾਂ ਹੋਰ ਪਾਣੀ ਹੈ ਜਿਹੜਾ ਇੱਥੋਂ ਐਂਟਰ ਹੋਈ ਜਾ ਰਿਹਾ ਹੈਗਾ। ਇਹ ਆਪਣੇ ਕੋਲ ਨਿਊਕਲੀਅਰ ਰਿਐਕਟਰ ਹੈ, ਜਿਹਦੇ ਵਿੱਚ ਆਪਾਂ ਨਿਊਕਲੀਅਰ ਐਨਰਜੀ ਨੂੰ ਯੂਜ਼ ਕਰਕੇ ਇਲੈਕਟ੍ਰੀਕਲ ਐਨਰਜੀ ਕੀ ਕਰਦੇ ਹਾਂ, ਪ੍ਰੋਡਿਊਸ ਕਰਵਾਉਂਦੇ ਹਾਂ। ਤਾਂ ਇਹ ਬੇਸਿਕਲੀ ਮੈਂ ਕੁਛ ਲਿਖਿਆ ਹੈ ਫੰਕਸ਼ਨਸ ਕੀ ਨੇ, ਮਤਲਬ ਕਿਹੜੀ ਚੀਜ਼ ਜਿਹੜੀ ਯੂਜ਼ ਕਰਦੇ ਹਾਂ, ਜਿੱਥੋਂ ਕੁਐਸਚਨ ਬਣਨ ਦੀ ਉਮੀਦ ਹੈ। ਕਿ ਸਭ ਤੋਂ ਪਹਿਲਾਂ ਇੱਕ ਇਹ ਚੀਜ਼ ਵੀ ਯਾਦ ਰੱਖਣੀ ਹੈ, ਪ੍ਰਿੰਸੀਪਲ ਕੀ ਹੁੰਦਾ ਹੈ, ਕੰਟਰੋਲਡ ਨਿਊਕਲੀਅਰ ਫਿਜ਼ਨ ਰਿਐਕਸ਼ਨ। ਫਿਜ਼ਨ ਐਂਡ ਫਿਊਜ਼ਨ ਦਾ ਧਿਆਨ ਰੱਖਣਾ, ਇਹਦੇ ਵਿੱਚ ਕੰਟਰੋਲਡ ਨਿਊਕਲੀਅਰ ਫਿਜ਼ਨ ਰਿਐਕਸ਼ਨ ਹੁੰਦੀ ਹੈ। ਹੁੰਦਾ ਕੀ ਹੈ, ਨਿਊਕਲੀਅਰ ਐਨਰਜੀ ਟੂ ਇਲੈਕਟ੍ਰੀਕਲ ਐਨਰਜੀ ਕਨਵਰਟ ਕਰਦੇ ਹਾਂ। ਫਿਊਲ ਕਿਹੜਾ ਯੂਜ਼ ਕਰਦੇ ਹਾਂ, ਯੂਰੇਨੀਅਮ 235। ਬੋਰੋਨ ਰੋਡਸ ਦਾ ਕੀ ਕੰਮ ਹੁੰਦਾ ਹੈ, ਬੋਰੋਨ ਰੋਡਸ ਕੰਟਰੋਲ ਰੋਡਸ ਦੇ ਤੌਰ 'ਤੇ ਕੰਮ ਕਰਦੀਆਂ।
ਐਕਸੈਸ ਨਿਊਟਰੋਨਸ ਨੂੰ ਐਬਜ਼ੋਰਬ ਕਰਦੀਆਂ ਨੇ। ਗ੍ਰੇਫਾਈਟ ਰੋਡਸ ਐਜ਼ ਅ ਮੋਡਰੇਟਰਸ ਯੂਜ਼ ਹੋ ਰਹੇ ਨੇ, ਮਤਲਬ ਜੋ ਆਪਣੇ ਕੋਲ ਨਿਊਟਰੋਨਸ ਦੀ ਸਪੀਡ ਨੂੰ ਸਲੋ ਡਾਊਨ ਕਰਦੇ ਨੇ। ਬਟ ਮੋਡਰੇਟਰਸ ਦੇ ਤੌਰ 'ਤੇ ਆਪਾਂ ਹੈਵੀ ਵਾਟਰ ਨੂੰ ਵੀ ਯੂਜ਼ ਕਰ ਸਕਦੇ ਹਾਂ ਗ੍ਰੇਫਾਈਟ ਰੋਡਸ ਨੂੰ ਰਿਪਲੇਸ ਕਰਨ ਦੇ ਲਈ। ਹੈਵੀ ਵਾਟਰ ਵੀ ਯੂਜ਼ ਹੋ ਸਕਦਾ। ਅਤੇ ਨੈਕਸਟ ਆਪਣੇ ਕੋਲ ਕੂਲੈਂਟ ਹੈ, ਜਿਹੜਾ ਕਿ ਐਕਸੈਸ ਹੀਟ ਨੂੰ ਐਬਜ਼ੋਰਬ ਕਰਦਾ, ਜਿਹਦੇ ਨਾਲ ਹੀ ਸਟੀਮ ਪ੍ਰੋਡਿਊਸ ਹੁੰਦੀ ਹੈ ਅੱਗੇ ਆਪਣੇ ਕੋਲ। ਤਾਂ ਐਜ਼ ਅ ਕੂਲੈਂਟ ਲਿਕੁਇਡ ਸੋਡੀਅਮ ਜਾਂ ਫਿਰ ਕਾਰਬਨ ਡਾਈਆਕਸਾਈਡ ਯੂਜ਼ ਕਰਦੇ ਹਾਂ। ਵਿਦ ਦਿਸ ਆਪਣਾ ਨਿਊਕਲੀਅਰ ਰਿਐਕਟਰ ਟੋਪਿਕ ਵੀ ਕੰਪਲੀਟ ਹੋ ਗਿਆ। ਅਤੇ ਨੈਕਸਟ ਕਲਾਸ ਦੇ ਵਿੱਚ ਆਪਾਂ ਨੈਕਸਟ ਟੋਪਿਕਸ ਕਰਾਂਗੇ। ਅਗਰ ਤੁਹਾਨੂੰ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰੋ। ਥੈਂਕ ਯੂ।